ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਰਵਨ ਕਰਦੇ ਹਾਂ ਸੰਤ ਮਸਕੀਨ ਜੀ ਦੀ ਕਥਾ ਵਿਚਾਰ। ਦਸਨ ਬਿਹੂਨ ਭੁਯੰਗੰ ਮੰਤਰੰ ਗਾਰੁੜੀ ਨਿਵਾਰੰ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਮਣੇ ਜਤ ਕਥ ਰਮਣੰ ਸਰਣੰ ਸਰਬਤਰ ਜੀਅਣੇ ਤਥ ਲਗਣੰ ਪ੍ਰੇਮ ਨਾਨਕੇ ਪ੍ਰਸਾਦੰ ਗੁਰ ਦਰਸਨੇ ਚਰਣਾਰ ਬਿੰਦ ਮਨ ਵਿਧਿਯੰ ਸਿਧਿਯੰ ਸਰਵ ਕੁਸਲਣੇ ਗਾਥਾ ਗਾਵੰਤ ਨਾਨਕ ਭਵੰ ਪਰਾ ਪੂਰਬਣੇ। ਦਸਨ ਬਿਹੋਨ ਭੁੰਗੰ ਮੰਤਰੰ ਗਾਰੜੀ ਨਿਵਾਰੰ। ਇੱਕ ਦੌਰ ਸਾਡੇ ਦੇਸ਼ ਵਿੱਚ ਐਸਾ ਲੰਘਿਆ ਕਿ ਹਰ ਤਰ੍ਹਾਂ ਦਾ ਉਪਚਾਰ ਮੰਤਰਾਂ ਦੇ ਰਾਹੀਂ ਹੁੰਦਾ ਸੀ। ਕੋਈ ਵੀ ਰੋਗ, ਕੋਈ ਵੀ ਦੁੱਖ, ਕੋਈ ਵੀ ਪੀੜਾ, ਬਸ ਉਸ ਦਾ ਸਮਾਧਾਨ, ਉਸ ਦਾ ਇਲਾਜ ਮੰਤਰਾਂ ਦੇ ਰਾਹੀਂ ਹੁੰਦਾ ਸੀ। ਇਹ ਕਾਲ, ਇਹ ਦੌਰ ਬਹੁਤ ਲੰਬੇ ਸਮੇਂ ਤੱਕ ਰਿਹਾ ਹੈ ਔਰ ਚੂੰਕਿ ਰੋਗ ਅਨੇਕਾਂ ਨੇ, ਅਨੇਕਾਂ ਤਰ੍ਹਾਂ ਦੀ ਪੀੜਾ ਹੈ, ਅਨੇਕਾਂ ਤਰ੍ਹਾਂ ਦੇ ਕਲ ਕਲੇਸ਼ ਨੇ, ਇੱਕ ਇੱਕ ਵਿਅਕਤੀ ਹਜ਼ਾਰਾਂ ਤਰ੍ਹਾਂ ਦੀ ਪੀੜਾ ਦੀ ਪੰਡ ਚੁੱਕੀ ਫਿਰਦਾ ਹੈ। ਤੋ ਇੱਕ ਦੌਰ ਐਸਾ ਚੱਲਿਆ, ਮਾਂਦਰੀ ਅੱਗੇ ਆਏ, ਮੰਤਰੀ ਅੱਗੇ ਆਏ, ਮੰਤਰਾਂ ਨਾਲ ਉਪਚਾਰ ਕਰਦੇ ਰਹੇ। ਚਾਹੇ ਅੱਖ ਦੁਖਦੀ ਹੈ, ਚਾਹੇ ਦਾੜ ਦਾ ਦੁਖਣਾ ਹੈ, ਚਾਹੇ ਪੇਟ ਦਾ ਦਰਦ ਹੈ, ਚਾਹੇ ਤਰ੍ਹਾਂ ਤਰ੍ਹਾਂ ਦੇ ਰੋਗ ਬਿਮਾਰੀਆਂ ਨੇ, ਜਾਂ ਕੁਝ ਘਰੇਲੂ ਕਲ ਕਲੇਸ਼ ਹੈ, ਇਹਨਾਂ ਦਾ ਇਲਾਜ ਮੰਤਰਾਂ ਨਾਲ ਹੁੰਦਾ ਰਿਹਾ ਹੈ ਔਰ ਵੱਖ-ਵੱਖ ਮੰਤਰਾਂ ਦੇ ਆਪਣੇ ਆਪਣੇ ਨਾਮ ਸਨ। ਬਿੱਛੂ ਦੇ ਡੰਗ ਦਾ ਮੰਤਰ, ਸੱਪ ਦੇ ਵੀ ਡੰਗ ਦਾ ਮੰਤਰ, ਉਹ ਜੋ ਮੰਤਰ ਸੱਪ ਦੀ ਜ਼ਹਿਰ ਉਤਾਰ ਦਿੰਦਾ ਸੀ ਤੇ ਸੱਪ ਨੂੰ ਬੇਹੋਸ਼ ਕਰ ਦਿੰਦਾ ਸੀ, ਉਸ ਮੰਤਰ ਦਾ ਨਾਂ ਹੈ ਗਾਰੜੀ ਮੰਤਰ, ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਕਰ ਰਹੇ ਨੇ। ਅਨੰਤ ਕਾਲ ਤੋਂ ਸਾਡੇ ਦੇਸ਼ ਦੇ ਸਪੇਰੇ ਔਰ ਕੁਝ ਹੋਰ ਸਿਆਣੇ ਇਸ ਮੰਤਰ ਦੀ ਵਾਕਫੀਅਤ ਰੱਖਦੇ ਆਏ ਨੇ ਔਰ ਇਸ ਮੰਤਰ ਦੇ ਜਾਪ ਦੇ ਨਾਲ ਉਹ ਸੱਪ ਪਕੜਦੇ ਰਹੇ ਨੇ ਔਰ ਉਹਨਾਂ ਦਾ ਅੱਜ ਵੀ ਐਸਾ ਕਹਿਣਾ ਹੈ, ਇਹ ਸਾਡਾ ਮੰਤਰ 1 ਸਾਲ ਤੱਕ ਹੀ ਕੰਮ ਕਰਦਾ ਹੈ, ਖਾਸ ਕਰਕੇ ਫਨੀਅਰ ਨਾਗ, ਉਸ ਨੂੰ ਅਸੀਂ ਸਾਲ ਤੋਂ ਬਾਅਦ ਛੋੜ ਦਿੰਦੇ ਹਾਂ ਔਰ ਛੋੜਦੇ ਹੋਏ ਇਹ ਦੇਖੇ ਗਏ ਨੇ। ਤੋ ਇੱਕ ਗੱਲ ਸਪਸ਼ਟ ਹੈ ਕਿ ਮੰਤਰਾਂ ਦੀ ਆਪਣੀ ਮਹਿਮਾ, ਗੁੰਜਾਰ ਪਾ ਕੇ ਜਦ ਕੋਈ ਮੰਤਰ ਦਾ ਜਾਪ ਕਰਦਾ ਹੈ, ਉਸ ਦੇ ਨਾਲ ਜੋ ਤਰੰਗਾਂ ਬਣਦੀਆਂ ਨੇ, ਉਸ ਦੇ ਨਾਲ ਜੋ ਵਾਈਬ੍ਰੇਸ਼ਨ ਬਣਦੀ ਹੈ, ਮਨੁੱਖ ਦਾ ਆਪਣਾ ਹਿਰਦਾ ਤੇ ਅੰਦੋਲਿਤ ਹੁੰਦਾ ਹੈ, ਪਰ ਉਸ ਮੰਤਰ ਦੀ, ਉਸ ਤਰੰਗ ਦੀ ਲਪੇਟ ਦੇ ਜਿਹੜਾ ਆਵੇਗਾ ਉਹ ਵੀ ਅੰਦੋਲਿਤ ਹੋਵੇਗਾ, ਉਹ ਵੀ ਪ੍ਰਭਾਵਿਤ ਹੋਵੇਗਾ, ਉਹ ਵੀ ਪ੍ਰਭਾਵਿਤ ਹੋਏ ਬਿਨਾ ਰਹਿ ਨਹੀਂ ਸਕੇਗਾ। ਅੱਜ ਵੀ ਦੇਖਣ ਦੇ ਚ ਆਇਆ ਹੈ, ਬੌਧ ਭਿਕਸ਼ੂ ਇਕੱਠੇ ਬੈਠ ਕੇ ਮੰਤਰ ਦਾ ਜਾਪ ਕਰਦੇ ਨੇ। ਅੱਜ ਵੀ ਗੁਰੂ ਘਰ ਵਿੱਚ ਪਰੰਪਰਾ ਬਣੀ ਹੋਈ ਹੈ, ਇਕੱਠੇ ਬੈਠ ਕੇ ਕੀਰਤਨ ਕਰੋ ਔਰ ਗੁੰਜਾਰ ਪਾ ਕੇ ਕੀਰਤਨ ਕਰੋ। ਉਸ ਨਾਲ ਜੋ ਤਰੰਗਾਂ ਬਣਨਗੀਆਂ, ਹਿਰਦੇ ਦੀ ਯਕਸੂਈ ਦਾ ਬਾਇਸ ਬਣਨਗੀਆਂ, ਮਨ ਨੂੰ ਇਕਾਗਰ ਕਰਨਗੀਆਂ, ਆਨੰਦ ਪ੍ਰਦਾਨ ਕਰਨਗੀਆਂ। ਤੇ ਹਿਰਦਾ ਇਕਾਗਰ ਹੋ ਜਾਏ, ਮਨ ਯਕਸੂ ਹੋ ਜਾਏ, ਅਨੇਕਾਂ ਰੋਗ ਆਪਣੇ ਆਪ ਰੁਖਸਤ ਹੋ ਜਾਂਦੇ ਨੇ, ਕਿਉਂਕਿ ਬੇਸ਼ਤਰ ਰੋਗ, ਬਹੁਤ ਸਾਰੇ ਰੋਗ ਸਰੀਰਕ ਨਾ ਹੋ ਕੇ ਮਾਨਸਿਕ ਨੇ। ਤੋ ਖੈਰ, ਇੱਕ ਦੌਰ ਐਸਾ ਲੰਘਿਆ ਜਦ ਅਜੇ ਮਨੁੱਖ ਨੂੰ ਜੜੀ ਬੂਟੀਆਂ ਦਾ ਗਿਆਨ ਨਹੀਂ ਸੀ, ਅਜੇ ਆਯੁਰਵੈਦਿਕ ਆਲਮੇ ਵਜੂਦ ਵਿੱਚ ਨਹੀਂ ਆਈ ਸੀ, ਅਜੇ ਯੂਨਾਨੀ ਤਿਬ ਸਾਹਮਣੇ ਨਹੀਂ ਪ੍ਰਗਟ ਹੋਇਆ ਸੀ। ਤੋ ਇਨ੍ਹਾਂ ਪੱਛਮੀ ਦੇਸ਼ਾਂ ਵਿੱਚ ਵੀ ਤੇ ਯੂਰਪ ਦੀ ਦੁਨੀਆ ਵਿੱਚ ਵੀ ਮੰਤਰਾਂ ਦੇ ਰਾਹੀਂ ਉਪਚਾਰ ਹੁੰਦਾ ਰਿਹਾ ਹੈ। ਸੂਫੀ ਫਕੀਰ
ਮੰਤਰਾਂ ਦੇ ਨਾਲ ਉਪਚਾਰ ਕਰਦੇ ਰਹੇ ਨੇ ਔਰ ਅੱਜ ਵੀ ਦੇਖਣ ਵਿੱਚ ਐਸਾ ਆਉਂਦਾ ਹੈ। ਅਫਗਾਨਿਸਤਾਨ ਦਾ ਇਲਾਕਾ, ਪਠਾਨਿਸਤਾਨ ਦੇ ਇਲਾਕੇ 'ਚ ਅੱਜ ਵੀ ਸੱਪ ਤੇ ਬਿੱਛੂ ਦੇ ਦਰਦ ਨੂੰ ਮੰਤਰਾਂ ਦੇ ਨਾਲ ਉਪਚਾਰ ਕੀਤਾ ਜਾਂਦਾ ਹੈ, ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਡੇ ਦੇਸ਼ ਦੇ 'ਚ ਵੀ ਅੱਜ ਵੀ ਦਾੜ ਦਾ ਦਰਦ, ਕੰਨਾਂ ਦੇ ਦਰਦ, ਗਲੇ ਪੈ ਜਾਣਾ, ਟੌਨਸਿਲ ਇਤਿਆਦਿਕ, ਇਹਨਾਂ ਨੂੰ ਆਪਣੇ ਆਪਣੇ ਢੰਗ ਦੇ ਮੰਤਰਾਂ ਦੇ ਜਾਪ ਨਾਲ ਦੂਰ ਕਰਨ ਦੀ ਜੋ ਹੈ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਗੱਲ ਵੱਖਰੀ ਹੈ ਕਿ ਮੰਤਰਾਂ ਦੇ ਉਚਾਰਨ ਕਰਨ ਵਾਲੇ 'ਚ ਅੱਜ ਉਹ ਸ਼ਕਤੀ ਨਹੀਂ। ਜੈਸੇ ਦਵਾਈਆਂ ਤੇ ਬਹੁਤ ਅੱਛੀਆਂ ਹੋਣ ਪਰ ਹਕੀਮ ਸਿਆਣਾ ਨਾ ਹੋਵੇ, ਨਬਜ਼ ਦੀ ਪਹਿਚਾਣ ਨਾ ਹੋਵੇ, ਰੋਗ ਨੂੰ ਸਮਝ ਨਾ ਸਕੇ, ਰੋਗ ਦਾ ਕਾਰਨ ਵੀ ਉਹ ਨਾ ਜਾਣਦਾ ਹੋਵੇ, ਤੇ ਚੰਗੀਆਂ ਤੋਂ ਚੰਗੀਆਂ ਦਵਾਈਆਂ ਵੀ ਕੀ ਕਰਨਗੀਆਂ? ਉਹ ਕਿਵੇਂ ਦੇਵੇਗਾ, ਕਿਸ ਮਿਕਦਾਰ ਵਿੱਚ ਦੇਵੇਗਾ? ਇਸ ਤਰੀਕੇ ਨਾਲ ਮੰਤਰਾਂ ਦੀ ਤੇ ਆਪਣੀ ਮਹਾਨਤਾ ਸੀ, ਪਰ ਜਪਣ ਵਾਲਾ ਹਿਰਦਾ ਨਾ ਹੋਵੇ, ਰਸਨਾ ਨਾ ਹੋਵੇ, ਉਤਨਾ ਉਤਸ਼ਾਹ ਨਾ ਹੋਵੇ, ਉਮੰਗ ਨਾ ਹੋਵੇ, ਸ਼ਰਧਾ ਨਾ ਹੋਵੇ, ਤਾਂ ਉੱਥੇ ਫਿਰ ਮੰਤਰ ਖਾਲੀ ਰਹਿ ਜਾਂਦੇ ਨੇ ਔਰ ਆਪਣਾ ਉਹ ਪੂਰਾ ਕੰਮ ਕਰਨ ਵਿੱਚ ਅਸਮਰਥ ਹੋ ਜਾਂਦੇ ਨੇ। ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਪਰਮਾਤਮਾ ਦਾ ਨਾਮ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ। ਹੇ ਪ੍ਰਭੂ, ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ, ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ। ਕੋਈ ਵੀ ਮੰਤਰ ਇੱਕ ਰੋਗ ਨੂੰ ਦੂਰ ਕਰੇਗਾ, ਪਰ ਹੇ ਪ੍ਰਭੂ ਤੇਰਾ ਨਾਮ ਮੰਤਰ ਤੇ ਐਸਾ ਹੈ ਸਾਰੇ ਰੋਗਾਂ ਨੂੰ ਦੂਰ ਕਰ ਦਿੰਦਾ ਹੈ। ਸਰਬ ਰੋਗ ਕਾ ਔਖਦ ਨਾਮ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸੰਸਾਰ ਦੇ ਸਾਰੇ ਰੋਗਾਂ ਦਾ ਇਲਾਜ ਪ੍ਰਭੂ ਦਾ ਨਾਮ ਹੈ। ਨਾਮ ਹਿਰਦੇ 'ਚ ਵਸ ਗਿਆ ਹੈ। ਪਰਮ ਆਨੰਦਿਤ ਮਨੁੱਖ ਕਿਸੇ ਨੂੰ ਦੁਖੀ ਨਹੀਂ ਕਰੇਗਾ, ਪੀੜਿਤ ਨਹੀਂ ਕਰੇਗਾ। ਬਹੁਤ ਸਾਰੇ ਸਮਾਜਿਕ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਨੇ, ਬਹੁਤ ਸਾਰੇ ਰਾਜਨੀਤਿਕ ਬਿਖੇੜੇ ਆਪਣੇ ਆਪ ਹੱਲ ਹੋ ਜਾਂਦੇ ਨੇ, ਔਰ ਅਨੇਕਾਂ ਸਰੀਰਕ ਰੋਗ ਸਰੀਰ ਵਿੱਚੋਂ ਨਿਕਲ ਜਾਂਦੇ ਨੇ। ਮਨ ਦੇ ਸਵਸਥ ਹੁੰਦਿਆਂ ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹ ਸਵਸਥ ਬਣਦਾ ਹੈ, ਤੰਦਰੁਸਤ ਬਣਦਾ ਹੈ, ਮਹਾਨ ਬਣਦਾ ਹੈ। तो एक बड़ा सुंदर उदाहरण दिता है गुरु अर्जन देव जी महाराज ने, दसन बिहोन भुयंगं मंत्रं गारुड़ी निवारण। जैसे सपेरा गारड़ी मंत्र दा जाप करके सप नूं दंदां तो बिना कर देंदा है, दसन बिहोन दंदां तो बिना कर देंदा है और सप दी जहर उतार देंदा है। इस मंत्र दा नाम गारड़ी मंत्र। एक उदाहरण, ब्याद उपाड़न संतन नानक लबद कर्मणे। विरले ही संत जन ऐसे ने जो परमात्मा दे नाम मंत्र दा जाप करके अपने जीवन विचों विकारां दी जहर कढ देंदे ने। जिंदगी दे चों सारी जहर नूं निकाल के परे सुट देंदे ने। जीवन विच जहर की है? जीवन विच क्रोध एक जहर है, लोभ एक जहर है, अहंकार एक जहर है, मोह एक जहर है, काम सीमा तो वधे होया जहर है। अति क्रोधी, अति कामी, अति हंकारी मनुख अति जहरीला हुंदा है। अति जहरीला, उहदी दृष्टि विच भी जहर टपकेगी, उहदे बोलां विच भी जहर प्रगट होवेगा। उहदे उठदियां बैठदियां ਜਿਹੜੀਆਂ ਤਰੰਗਾਂ भी उसदे शरीर चों निकलणगीਆਂ वातावरण ਨੂੰ दूषित ਕਰਨਗੀਆਂ, अपवित्र ਕਰਨਗੀਆਂ, क्योंकि ਜ਼ਹਿਰੀਲਾ है। प्रभु मंत्र दे जाप नाल ਇਹ ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ। मैला अगर बेरे हैं भयंगा, बिख अमृत बसे एक संगा। ਜ਼ਹਿਰ ਤੇ ਅੰਮ੍ਰਿਤ ਦੀ कोई बहुत वड्डी दूरी नहीं है, पड़ोसी ने, निकटवर्ती ने। हो गुजरिया इस सदी दा बड़ा प्रसिद्ध दार्शनिक उर्दू दा शायर डॉक्टर मोहम्मद इकबाल, वो कहंदा है, जो जहर हलाहल है वही अमृत है नादां, मालूम नहीं तुझको अंदाज है पीने के। इते पीण दा ढंग है।
ਅਗਰ ਕਿਸੇ ਨੂੰ ਪੀਣ ਦਾ ਢੰਗ ਆ ਗਿਆ ਹੈ ਤਾਂ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੋ ਜ਼ਹਿਰ ਹਲਾਹਲ ਹੈ ਵही ਅੰਮ੍ਰਿਤ ਹੈ ਨਾਦਾਨ। ਐ ਨਾਦਾਨ, ਜੋ ਜ਼ਹਿਰ ਹਲਾਹਲ ਹੈ, ਸੰਖਿਆ ਹੈ, ਇਹ ਅੰਮ੍ਰਿਤ ਹੈ। ਫਰਕ ਸਿਰਫ ਇਤਨਾ ਹੈ ਕਿ ਤੇਰੇ ਕੋਲ ਪੀਣ ਦਾ ਢੰਗ ਹੋਣਾ ਚਾਹੀਦਾ ਹੈ। ਜੀਵਨ ਦਾ ਢੰਗ ਹੋਵੇ, ਜ਼ਿੰਦਗੀ ਅੰਮ੍ਰਿਤ ਹੈ, ਪਰ ਜੀਵਨ ਦਾ ਢੰਗ ਨਹੀਂ ਤਾਂ ਜੀਵਨ ਜ਼ਹਿਰ ਹੈ। ਵਰਤਨ ਦਾ ਢੰਗ ਹੋਵੇ ਤਾਂ ਪਦਾਰਥ ਅੰਮ੍ਰਿਤ ਨੇ, ਪਰ ਵਰਤਨ ਦਾ ਢੰਗ ਨਹੀਂ ਤਾਂ ਪਦਾਰਥ ਵੀ ਜ਼ਹਿਰ ਨੇ। ਰਹਿਣ ਦਾ ਢੰਗ ਹੋਵੇ ਤਾਂ ਪਰਿਵਾਰ ਅੰਮ੍ਰਿਤ ਹੈ, ਪਰ ਰਹਿਣ ਤੇ ਸਹਿਣ ਦਾ ਢੰਗ ਨਹੀਂ ਆਇਆ ਤਾਂ ਪਰਿਵਾਰ ਵੀ ਜ਼ਹਿਰ ਬਣ ਸਕਦਾ ਹੈ, ਸੰਸਾਰ ਵੀ ਜੋ ਹੈ ਜ਼ਹਿਰ ਬਣ ਸਕਦਾ ਹੈ। ਗੱਲ ਸਾਰੀ ਹੈ ਢੰਗ ਦੀ, ਯੁਕਤੀ ਦੀ। ਜੈਸੇ ਗੰਨੇ ਵਿੱਚ ਪ੍ਰਭੂ ਨੇ ਬੜਾ ਰਸ ਪਾਇਆ ਹੈ, ਮਿੱਠਾ। ਅੰਗੂਰਾਂ ਦੇ ਸਵਾਦ ਹੈ, ਰਸ ਹੈ। ਸੰਤਰਾ ਮਿੱਠਾ ਹੈ, ਪਰ ਇਹਨੂੰ ਤਰਕਾ ਕੇ ਸ਼ਰਾਬ ਬਣਾਈ ਜਾ ਸਕਦੀ ਹੈ, ਤਾਂ ਸ਼ਰਾਬ ਤੇ ਕੌੜੀ ਹੈ, ਮਿੱਠਾ ਕੌੜਾ ਹੋ ਗਿਆ, ਮਿੱਠਾ ਕੁੜੱਤਨ ਦੇ ਤਬਦੀਲ ਹੋ ਗਿਆ। ਤੇ ਜੇ ਮਿੱਠਾ ਕੌੜਾ ਹੋ ਸਕਦਾ ਹੈ ਤਾਂ ਕੌੜੇ ਨੂੰ ਮਿੱਠਾ ਵੀ ਕੀਤਾ ਜਾ ਸਕਦਾ ਹੈ। ਸੰਖਿਆ ਅਤੀ ਕੌੜਾ, ਪਰ ਵੈਦ ਲੋਕ ਮਾਰ ਕੇ ਜਦ ਉਸ ਨੂੰ ਕੁਸ਼ਤਾ ਬਣਾ ਲੈਂਦੇ ਨੇ ਤਾਂ ਬੜਾ ਕਾਰਾਮਦ ਹੋ ਜਾਂਦਾ ਹੈ। ਸੱਪ ਦੀ ਜ਼ਹਿਰ ਦੀਆਂ ਵੀ ਦਵਾਈਆਂ ਬਣਦੀਆਂ ਨੇ ਔਰ ਅਨੇਕਾਂ ਰੋਗਾਂ ਦੇ ਵਿੱਚ ਉਹਨਾਂ ਦਾ ਉਪਚਾਰ ਹੁੰਦਾ ਹੈ। ਤੇ ਜ਼ਹਿਰ ਦਵਾਈ ਬਣ ਗਈ ਹੈ, ਢੰਗ ਹੋਵੇ। ਅਗਰ ਢੰਗ ਨਹੀਂ ਤਾਂ ਦਵਾਈ ਵੀ ਜ਼ਹਿਰ ਬਣ ਜਾਏਗੀ। ਜੋ ਜ਼ਹਿਰ ਹਲਾਹਲ ਹੈ वही अमृत है नादान। मालूम नहीं तुझको अंदाज है पीने के। इते पीण दा ढंग है, जिसनू आ जाए अमृत है, जिन्हों ढंग नहीं आया तो जहर है, अनंत जहर है। वाहिगुरु वाहिगुरु दा जाप काम नू सीमा विच कर देंदा है। वो ग्रस्त दी लोड़ बन जांदा है, समाज दी लोड़ बन जांदा है, अमृत बन जाता है। सिर्फ लोड़ मात्र, जिसनू भगत कबीर जी महाराज कहते ने, पैर चोलना गधा नाचे भैसा भगत करावे। लोभ दी तशबीह देनी होवे ते कुत्ते नाल दित्ती जांदी है, पर अति कामी मनुख लई जद तशबीह संत जना ने लभी है, वो हाथी ते खोते नू अगे कीता है। खोते दा शरीरक मानसिक मंडल ऐसा है कि काम मनुख की तरह सिर्फ शरीर विच ना हो के उहदे सोच दे च भी है, शरीर दे नाल नाल उहदे फुरनियां च भी है, उहदी सोचनी दे च भी है। इस वास्ते आखिया जांदा है इह ते कामी खोता है। भगत कबीर कहंदे ने कि पैर चोलना गधा नाचे पैसा भगत करावे। ओ खोता ओ गधा जो पहले मेरे अंदर नचदा सी, उते हुण भी नचदा है। भावें हुण मैं संत हो गया, भावें हुण मैं भगत हो गया, पर खोता ते उसे तरीके नाल नच रहा है, पर एक फर्क दे नाल। पहले एक खोता नगन नचदा सी, हुण चोला पा के नचदा है। पैर चोलना गधा नाचे पैसा भगत करावे। हुण समाज दी मर्यादा दा इसने चोला पहन लिया, हुण प्रभु दे डर दा इसने चोला पहन लिया। चोले दी उलंघना नहीं, समाज की उलंघना नहीं, हुण धर्म की उलंघना नहीं, तो काम अमृत बन गया। क्रोध एक जहर है। प्रभु नाम दे जाप नाल क्रोध बीर रस बन जाता है और दया का रूप धारण कर जाता है। क्रोध जिथे जहर है, संखिया है, पर इनू मार लईए, इहदा कुश्ता बना लईए, ये बीर रस बन जाता है, ये दया की मूर्ति बन जाता है। मोह ग्रसे मनुख नूं सिर्फ अपना परिवार चंगा लगता है, संसार नाल ते उसनूं घिरना है। सिर्फ परिवार नाल ही किसी तल ते वो इंसाफ कर सकता है, संसार नाल नहीं। प्रेमी लई सारा संसार उसका परिवार है, जदकि मोह ग्रसे मनुख नाल शायद उसका परिवार भी उसनूं पूर्ण रूप दे पूरा परिवार ना दिखाई देवे, क्योंकि परिवार दे भी जिहड़ा सदस्य है
ਉਹਦੀ ਕਾਮਨਾ ਦੀ ਪੂਰਤੀ ਨਹੀਂ ਕਰੇਗਾ, ਉਸਦੇ ਹੰਕਾਰ ਨੂੰ ਪੱਠੇ ਨਹੀਂ ਪਾਵੇਗਾ, ਤਾਂ ਹੋ ਸਕਦਾ ਹੈ ਉਸ ਨਾਲ ਕੋਈ ਸੰਬੰਧ ਨਾ ਰਵੇ। ਤੋ ਮੋਹਗ੍ਰਸੇ ਮਨੁੱਖ ਦਾ ਜਿੱਥੇ ਹਿੱਤ ਹੈ, ਜਿੱਥੇ ਉਸਦੀ ਸਵਾਰਥ ਦੀ ਸਿੱਧੀ ਹੈ, ਬਸ ਉਹੀ ਆਪਣੇ ਨੇ, ਬਾਕੀ ਤੇ ਸਭ ਓਪਰੇ, ਬਾਕੀ ਤੇ ਸਭ ਬੇਗਾਨੇ। ਪਰ ਪ੍ਰੇਮੀ ਲਈ ਸਾਰਾ ਸੰਸਾਰ ਆਪਣਾ ਹੈ। ਪ੍ਰੇਮ ਨਾਲ ਭਰਿਆ ਹੋਇਆ, ਭਿਜਿਆ ਹੋਇਆ ਹਿਰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਆਪ ਕਹਿੰਦੇ ਨੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰ ਆਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਹੁਣ ਦੁਬਦਾ ਮਿਟ ਗਈ, ਸਭ ਆਪਣੇ, ਕੋਈ ਬੇਗਾਨਾ ਨਹੀਂ। ਦੋਈ ਰਾ ਚੂੰ ਬਦਰ ਕਰਦਮ, ਦੋ ਆਲਮ ਰਾ ਯਕੇ ਦੀਦਮ। ਸ਼ਮਸ ਤਬਰੇਜ਼ ਕਹਿੰਦੇ ਨੇ, ਜਿਸ ਦਿਨ ਦੀ ਦੁਬਦਾ ਨਾਸ ਹੋਈ ਹੈ, ਸਮੂਹ ਬ੍ਰਹਿਮੰਡ ਇੱਕ ਦਿਖਾਈ ਦੇ ਰਿਹਾ ਹੈ ਔਰ ਆਪਣਾ ਦਿਖਾਈ ਦੇ ਰਿਹਾ ਹੈ। ਹੁਣ ਕੋਈ ਬੇਗਾਨਾ ਨਹੀਂ। ਅਗਰ ਉਸ ਇੱਕ ਤੋਂ ਹੀ ਸਾਰਾ ਸੰਸਾਰ ਆਇਆ ਹੈ, ਸਮੂਹ ਆਏ ਨੇ, ਤਾਂ ਫਿਰ ਉਹ ਇੱਕ ਸਾਰਿਆਂ ਦਾ ਪਿਤਾ ਹੈ। ਤੇ ਜਦ ਇੱਕ ਹੀ ਸਾਰਿਆਂ ਦਾ ਪਿਤਾ ਹੈ, ਤਾਂ ਬੇਗਾਨਾ ਕੌਣ, ਓਪਰਾ ਕੌਣ? ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਤੋ ਮੋਹ ਪ੍ਰੇਮ ਬਣ ਜਾਂਦਾ ਹੈ। ਲੋਭ ਸੰਤੋਖ ਦੀ ਸ਼ਕਲ ਅਖਤਿਆਰ ਕਰ ਜਾਂਦਾ ਹੈ। ਲੋਭੀ ਜੇ ਸਮੂਹ ਬ੍ਰਹਿਮੰਡ ਦੇ ਪਦਾਰਥ ਵੀ ਉਸਦੇ ਅੱਗੋਂ ਰੱਖ ਦਿੱਤੇ ਜਾਣ, ਧਨ ਸੰਪਦਾ, ਤਾਂ ਵੀ ਉਸਦੇ ਲਈ ਥੋੜਾ ਹੈ, ਕਲਪਨਾ ਬਣੀ ਰਹੇਗੀ। ਪਰ ਸੰਤੁਸ਼ਟ ਮਨੁੱਖ ਲਈ ਸਹਿਜ ਕਿਣਕਾ ਮਾਤਰ ਵੀ ਬਹੁਤ ਕੁਛ ਹੈ। ਸੰਤੋਖੀ ਤੋਂ ਮੁਰਾਦ ਜੋ ਕੁਛ ਹੈ, ਜੈਸਾ ਹੈ, ਔਰ ਜਿੰਨੀ ਮੇਰੀ ਪ੍ਰਾਲਬਧ ਹੈ, ਪ੍ਰਵਾਨ ਹੈ, ਕਬੂਲ ਹੈ, ਮੈਂ ਰਾਜ਼ੀ ਹਾਂ, ਮੈਨੂੰ ਇਹ ਖਿੜੇ ਮੱਥੇ ਤਸਲੀਮ ਹੈ, ਪ੍ਰਵਾਨ ਹੈ। ਲੋਭੀ ਹਰ ਤਲ ਤੇ ਇਨਕਾਰੀ ਹੈ। ਲੋਭੀ ਕਹਿੰਦਾ ਹੈ, ਮੇਰੀ ਪਾਤਰਤਾ ਬਹੁਤ ਵੱਡੀ ਸੀ, ਮਿਲਿਆ ਕੀ ਹੈ? ਕੁਝ ਵੀ ਨਹੀਂ। ਸੰਤੋਖੀ ਕਹਿੰਦਾ ਹੈ, ਮੇਰੀ ਪਾਤਰਤਾ ਤੇ ਬਹੁਤ ਛੋਟੀ ਸੀ, ਪ੍ਰਭੂ ਤੂੰ ਬਹੁਤ ਪਾ ਦਿੱਤਾ। ਇਸ ਵਾਸਤੇ ਬਾਰ-ਬਾਰ ਸੰਤੋਖੀ ਧਨਵਾਦ ਨਾਲ ਭਰਿਆ ਹੁੰਦਾ ਹੈ, ਬਾਰ-ਬਾਰ ਲੋਭੀ ਗਿਲਿਆਂ ਨਾਲ ਭਰਿਆ ਹੁੰਦਾ ਹੈ। ਜਦ ਗਿਲੇ ਨਿਕਲਣ, ਸ਼ਿਕਵੇ ਨਿਕਲਣ, ਤਾਂ ਸਮਝ ਲੈਣਾ ਲੋਭ ਹੈ। जब बार बार धन्यवाद निकले, शुक्राना निकले, तो समझना संतोख है। संतोखी ते बार बार कहता है, हे प्रभु बहुत छोटी सी मेरी झोली, पात्रता ते मेरी बहुत छोटी सी, बर्तन ते मेरा बहुत छोटा सी, तू बहुत पा दिता, तेरा लख लख शुक्र, तेरा लख लख धन्यवाद। पर लोभी ते बुलंद बांग कहता है, इतनी वड्डी मेरी झोली तू दिता की? कुछ भी नहीं। इतनी वड्डी मेरी पात्रता तू पाया की? कुछ भी नहीं। इतना वड्डा भांडा मैं चुकी फिरदा रहा, तू एक बूंद सिर्फ पाई। पर संतुष्ट मनुख कहता है, हे प्रभु मेरी पात्रता ते इतनी भी नहीं सी कि तू एक बूंद मैनू देवें, तू ते सागर उंडेल के रख दिता, तू ते बहुत कुछ दे दिता। बहुत कुछ देने तो मुराद यह है कि उन्होंने एक बूंद भी सागर जैसा प्रतीत होती है, बहुत प्रतीत होती है। बार बार अपनी योग्यता ते, अपनी पात्रता ते जिसका ध्यान जाएगा, गिलियां नाल भर जाएगा। पर बार बार जिसका प्राप्ति ते ध्यान जाएगा, की प्राप्त होया, जो कुछ मिले है उसते ध्यान जाएगा, तो बार बार शुक्राना पैदा होगा, धन्यवाद पैदा होगा। संतोखी हमेशा धन्यवाद नाल भरिया हुंदा है, प्रार्थना नाल भरिया हुंदा है, शुक्राने नाल भरिया हुंदा है। जबकि लोभी हमेशा गिलियां नाल भरिया हुंदा है, शिकवियां नाल भरिया हुंदा है। पर लोभ ही संतोख बन जाता है प्रभु नाम दे जाप नाल। जिथे लोभ जहर है, उत्थे संतोख अमृत है। अहंकार जहर है, पर प्रभु नाम दे जाप नाल ਇਹ ਵਿਨਮਰਤਾ ਦਾ ਰੂਪ ਧਾਰਨ ਕਰ ਜਾਂਦਾ ਹੈ। ਅਹੰਕਾਰ ਹੀ ਨਿਰਮਾਣਤਾ ਦਾ ਰੂਪ ਬਣ ਜਾਂਦਾ ਹੈ। ਅਹੰਕਾਰ ਕਿਸੇ ਦੇ ਸਿਰ ਤੇ ਚੜ ਕੇ ਬੈਠਣਾ, ਅਹੰਕਾਰ ਦੀ ਖੁਸ਼ੀ ਵੀ ਇਸੇ 'ਚ। ਇਹ ਸਿੰਘਾਸਣ
ਕਿਸੇ ਹੱਦ ਤੱਕ ਬਗੌਰ ਦੇਖੀਏ ਤੇ ਲੋਕਾਂ ਦੇ ਸਿਰਾਂ ਤੇ ਖੜੇ ਹੁੰਦੇ ਨੇ। ਆਪਣਾ ਮਤ ਦੇਣਾ ਹੈ, ਆਪਣਾ ਸਿਰ ਦੇਣਾ ਹੈ, ਆਪਣੇ ਵਿਚਾਰ ਦੇਣੇ ਨੇ, ਆਪਣੀ ਸਹਿਮਤੀ ਦੇਣੀ ਹੈ, ਆਪਣਾ ਸਿਰ ਦੇਣਾ ਹੈ, ਤਾਂ ਕਿਸੇ ਦੇ ਸਿੰਘਾਸਣ ਖੜੇ ਹੁੰਦੇ ਨੇ। ਆਪਣਾ ਸਿਰ ਝੁਕਾਣਾ ਹੈ, ਆਪਣੀ ਮਤ ਦੇਣੀ ਹੈ, ਮਤ ਪ੍ਰਦਾਨ ਕਰਨਾ ਹੈ, ਮਤ ਦਾ ਦਾਨ ਕਰ ਦੇਣਾ ਹੈ, ਮਤ ਅੱਗੋਂ ਰੱਖ ਦੇਣੀ ਹੈ, ਸਿਰ ਅੱਗੋਂ ਰੱਖ ਦੇਣੀ ਹੈ। ਉਸੇ ਹੀ ਸਿਰ ਦੇ ਉੱਤੇ ਸਿੰਘਾਸਣ ਹੁੰਦੇ ਨੇ ਔਰ ਉਹਨਾਂ ਹੀ ਸਿੰਘਾਸਣਾਂ ਤੇ ਰਾਜਨੀਤਿਕ ਬੈਠਦੇ ਨੇ। ਜਿਨ੍ਹਾਂ ਨੂੰ ਅਸੀਂ ਰਾਜਨੀਤਿਕ ਕ੍ਰਾਂਤੀ ਕਹਿੰਦੇ ਹਾਂ, ਉਹ ਇਹੀ ਕ੍ਰਾਂਤੀ ਕਦੀ ਕਦੀ ਸਿਰ ਹਿੱਲ ਪੈਂਦੇ ਨੇ ਔਰ ਬੋਝ ਬਰਦਾਸ਼ਤ ਕਰਨ ਨੂੰ ਇਨਕਾਰ ਕਰ ਦਿੰਦੇ ਨੇ। ਉਸ ਹਾਲਤ ਨੂੰ ਅਸੀਂ ਕਹਿੰਦੇ ਹਾਂ ਕਿ ਸਿੰਘਾਸਣ ਡੋਲ ਰਿਹਾ ਹੈ, ਕਿਉਂਕਿ ਸਿਰ ਹਿੱਲ ਰਹੇ ਨੇ। ਤੇ ਜਦ ਕੋਈ ਆਪਣਾ ਸਿਰ ਅੰਦਰੋਂ ਥੱਲੋਂ ਕੱਢ ਲੈਂਦਾ ਹੈ ਔਰ ਸਾਰੇ ਹੀ ਕੱਢ ਲੈਂਦੇ ਨੇ, ਸਿੰਘਾਸਣ ਧਰਾਤਲ ਤੇ ਆ ਜਾਂਦਾ ਹੈ। ਇਸ ਨੂੰ ਕਹਿੰਦੇ ਨੇ ਮੁਕੰਮਲ ਕ੍ਰਾਂਤੀ ਹੋ ਗਈ, ਤਖਤਾ ਪਲਟ ਗਿਆ, ਰਾਜ ਸਤਾ ਪਲਟ ਗਈ ਹੈ। ਇੰਜ ਕਹੀਏ, ਧਾਰਮਿਕ ਪੁਰਸ਼ ਕਹਿੰਦੇ ਨੇ ਕਿਸੇ ਦੇ ਸਿਰ ਤੇ ਬੈਠਣ ਦਾ ਜਿਸ ਨੂੰ ਸ਼ੌਕ ਹੈ, ਬਸ ਅਹੰਕਾਰੀ ਹੈ। ਪਰ ਕਿਸੇ ਦੇ ਕਦਮਾਂ ਵਿੱਚ ਬੈਠਣ ਦਾ ਸ਼ੌਕ ਹੈ, ਨਿਰਮਾਣ ਹੈ, ਗਰੀਬ ਹੈ, ਵਿਨਮਰ ਹੈ। ਇੱਕ ਆਲਮ ਦਾ ਕਹਿਣਾ ਹੈ, जुबां खोलेंगे मुझ पर बद जुबां क्या बदशुआरी से कि मैंने खाक भर दी है उनके मुंह में खाक सारी से। हुण मेरी होर की निंदा होनी है, हुण मेरे उत्ते कोई होर की लाछण लाएगा। मैं ते हर एक दे कदमां दी खाक बन गया, मैं ते हर एक दे पैरां दे थल्ले आ गया और बखुशी आया। दीस आवत है बहुत बिहाला, गुरु अर्जन देव जी महाराज। सगल चरण की एहो मन राला, मैं ते सारियां दे चरनां दी खाक, मैं ते सारियां दे पैरां दे थल्ले, सब मैथों उच्चे। भगत कबीर कहंदे ने, कबीर पूंगरा राम अलाका सबगुर पीर हमारे। कबीर कहंदे ने सारे ही मैथों वड्डे ने, मेरे पीर ने, मेरे गुरु ने। हर एक तो कुछ ना कुछ मैं गुण लिया, कुछ ना कुछ मैं शिक्षा ली है। ते जो हर एक तो मैनू कुछ ना कुछ प्रेरणा मिली है, तो हर एक मेरा गुरु है। मैं पढ़ लिया सी जमाल हुसैन फकीर दी कहानी। जद उसनू पुछया गया, तुसी इतने आशावादी, बंदगी रोज कर दे हो, प्राप्त कुछ नहीं होया, पर निराश नहीं होए। इतनी आशा, इतनी प्रगाढ़ श्रद्धा, एक किवें प्राप्त होई? कहने लगा, एक चोर तो है, चोर तो इतना वड्डा आशावादी जीवन। कहने लगा, उन्हें मित्र नूं इंज गल सुनाई कि मेरे घर विच एक चोर आया रात दी तारीखी विच। तो जमाल हुसैन अथा गरीब फकीर, उन्हें आवाज मारी, मित्रा इत्थे दिन नूं कुछ नहीं लभदा, तेनू रात नूं की खाक लभेगा, की लभेगा? आ मेरे कोल बैठ, ठंड बड़ी है, एक कंबल है मेरे कोल, तो मेरी तोहीन ना करी, एक कंबल ले ले और कम से कम तेनू ये एहसास होवे कि फकीर दे घरों मैं खाली नहीं निकलिया, कुछ न कुछ मेरे हाथ लग गए। तो एक कंबल है मेरे कोल, ऐ तू ले ले, रात बड़ी ठंडी है, बहुत ठंड पै रही है। इन्हां बचना ने उस चोर दा मन मोह लिया। आखिया, मैं हुण चलिया किसे होर घर सन लाण नूं। पर जमाल हुसैन ने कहा, फिर आवें मेरे कोल, इत्थे ही ठहरी, तू मेरा मेहमान बन, मेरे कोल ठहर। सवेरे होंदिया होंदा वो चोर आया है, पर कोल कुछ भी नहीं। फकीर पुछदा है, कुछ है? कुछ हथ लग गया? कहंदा नहीं, अज ते नहीं, शायद कल कुछ लग जाए। तो कल भी गया है, खाली हथ आया है। जमाल हुसैन पुछते हैं, कुछ मिलिया? कहंदा अज ते नहीं मिलिया, कल शायद मिल जाए। तीसरे दिन भी ऐसा होया, चौथे दिन भी ऐसा होया। गालबन 20 दिन वो ऐसा कहंदा रहा
और 20 दिन तक तो उसके हथे कुछ नहीं लगया और एको ही शब्द एको ही रट उसने लाई, अज ते कुछ नहीं लभ्या। कल जमाल हुसैन कहंदे ने मैं इत्थों ही अपने निराश हिरदे नूं आसा नाल भर लिया। अज नहीं रस आया प्रभु की बंदगी ते शायद कल, अज नहीं खुदा मिलिया ते शायद कल। जे चोर इतना आशावादी है तो मैं साध होके इतना निराश हो जावां, इतना मायूस हो जावां। यदि चोर मेरे कोलों बहुत अगे है, बहुत अगे है। तो उन्होंने स्पष्ट किया ये तो मैं चोर कोल शिक्षा लई है। शेख सादी साहब ने उन्होंने शिष्या ने एक बहुत वड्डा प्रश्न किया, सादी साहब थोड़े कोल भुल नहीं आती कदी, जबकि हर मनुख रोज पता नहीं कितनियां कितनियां भुल्लां कर बैठदा है, थोड़े कोल गलतियां नहीं आउंदियां। इस वास्ते थोड़े कोल कदी पश्चाताप भी नहीं देखा। ये प्रेरणा तुसी कित्थों लई? आखण लगे अंधियां तो है, नाबीन अंधियां तो। वो किस तरह? कहने लगे मैं देखा जिन्ने चिर तक अगली जगह उस सोटी नाल लाठी नाल टटोल के वेख ना लैन, अपना पैर नहीं धरते। पैर तां रखदे ने अगे, पहले टटोल लेंदे ने, देख लेंदे ने। तो इस तो मैनू सबक मिलिया कि जगत विच कोई भी चीज ग्रहण करनी है, उन्होंने टटोल लेना है, देख लेना है। किसी पासे भी जाना है, उन्होंने टटोल लेना है, देख लेना है। अंधियां दी ये शिक्षा मैं जीवन भर पल्ले बनी है, मैनू कदी पछताना नहीं पिया। मैं कदी डिगया ही नहीं, क्योंकि टटोल लेना, वेख लेना ये सच है कि नहीं, ये मेरे अनुकूल है कि नहीं, ये सच दे अनुकूल है कि नहीं, ये धर्म दे अनुकूल है कि नहीं। नहीं है, इत्थे मेरे पैर खिसक जाणगे, मैं डिग जावांगा, मैं उत्थे कदम ही नहीं रखता। ये शिक्षा मैं अंधियां तो लई। तो साहिब श्री गुरु अर्जन देव जी महाराज बहुत सुंदर इत्थे फरमान पे करदे ने, नाम जपदियां अहंकार निर्माणता दी शक्ल अख्तियार कर जांदा है, क्रोध दया बन जांदा है, लोभ संतोख बन जांदा है, काम सीमा दे हो जांदा है, मोह प्रेम दा रूप धारण कर लैंदा है। इस तरह जो जहर हलाहल सी वो अमृत दा रूप बन जाती है। तो साहिब कहते हैं विरले संत जन ने जिन्हां ने इस जहर नू अमृत दे जो है बदले है। साहिबां दा ये फरमान दसन बिहून भवंगं मंत्रं गारड़ी निवारं ब्याद उपाड़न संतन नानक लबद करमणे जत कथ रमणन शरणन सरबत्र जीवने। जो जिधर किधर रमिया होया है ते सारे जीवां दे च व्यापक है, तथ लगणन प्रेम नानक पर साधन गुरु दर्शने। गुरु दी कृपा द्वारा उस प्रभु नाल मेरा प्रेम लगे है, उस प्रभु नाल मेरा हिरदा जुड़े है जो जिधर किधर रमिया होया है, सारे जीवां दे च व्यापक है। चरणार बिंद मन विधियं सिधियं सर्व कुसरणे गाथा गावंत नानक भवं परापूर्वणे। जिसदा मन प्रभु दे चरण कमलां दे विच बिनिया गया है, लीन हो गया है, एक मिक हो गया है। सतगुरु कहंदे ने उन्होंने हर तरह की सिद्धियां की प्राप्ति हो गई है और हर तरह दी खुशियां उसकी झोली विच पै जांदियां ने। इस वास्ते आद काल तो गाथा गावंत नानक भवं परापूर्वणे। आद काल तो जिन्हां दी बनी हुई प्रालब्ध है, पूर्वले संस्कार ने, प्रभु दी गाथा गाउंदे आ रहे हैं, प्रभु दी गाथा गाउंदे ही आ रहे ने। गाथा विच की है? प्रभु दे गुण ते गुणां नूं ही गावना हुंदा है और गुण गांदियां गांदियां गुण कहे गुणी समावणिया। किसी धनवान नूं बार बार धनवान आखण दे नाल कोई धनवान नहीं हो जाता। किसी पहलवान दी बार बार उपमा करन दे नाल कोई पहलवान नहीं हो जाता। हुक्मरान नूं बार बार सजदा करन दे नाल कोई हुक्मरान नहीं हो जाता। पर भगवान दी महिमा गायन करन वाला भगवान ही हो जाता है, उसका रूप ही हो जाता है और उस दे विच ते भगत दे विच कोई फर्क नहीं रह जाता। जैसे कि भगत कबीर जी महाराज साफ कह रहे हैं कि अब तो जाहे चढ़े सिंहासन
मिले हैं सारंग पानी, राम कबीरा एक भय हैं, कोई न सके पछानी, संतन संग कबीरा बिगड़ियो, सो कबीर राम होए निबरियो। ਸੰਤਾਂ ਦੀ ਸੰਗਤ ਵਿੱਚ ਬੈਠ ਕੇ ਰਾਮ ਦੇ ਗੀਤ ਗਾਉਂਦਿਆਂ ਗਾਉਂਦਿਆਂ ਭਗਤ ਕਬੀਰ ਕਹਿੰਦੇ ਨੇ ਮੈਂ ਰਾਮ ਦਾ ਹੀ ਰੂਪ ਹੋ ਗਿਆ, ਈਸ਼ਵਰ ਦਾ ਹੀ ਰੂਪ ਹੋ ਗਿਆ। ਤੋ ਸਾਹਿਬ ਕਹਿੰਦੇ ਨੇ ਆਦਿ ਕਾਲ ਤੋਂ ਪ੍ਰਮਾਤਮਾ ਦੇ ਗੁਣਾਂ ਦੀ ਗਾਥਾ ਉਹ ਜਨ ਗਾਉਂਦੇ ਆ ਰਹੇ ਨੇ, ਜਿਨ੍ਹਾਂ ਦੀ ਪ੍ਰਾਲਬਧ ਸੀ, ਜਿਨ੍ਹਾਂ ਦੇ ਪੁਰਬਲੇ ਭਾਗ ਹੈ ਸਨ। ਔਰ ਗਾਉਂਦਿਆਂ ਗਾਉਂਦਿਆਂ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ 'ਚ ਜੁੜ ਜਾਂਦਾ ਹੈ। ਇਸ ਤਰੀਕੇ ਨਾਲ ਉਹਨਾਂ ਨੂੰ ਸਾਰੀਆਂ ਸਿੱਧੀਆਂ ਤੇ ਸਾਰੀਆਂ ਖੁਸ਼ੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।